Student, today we will discuss a new topic, simple microscope. ਸਿੰਪਲ ਮਾਈਕਰੋਸਕੋਪ ਕੀ ਹੁੰਦਾ ਹੈ, ਪਹਿਲਾਂ ਆਪਾਂ ਉਹ ਦੇਖਾਂਗੇ। ਮਾਈਕਰੋਸਕੋਪ ਦਾ ਤੁਹਾਨੂੰ ਪਤਾ ਹੀ ਹੈ, ਮਾਈਕਰੋਸਕੋਪ ਦੇ ਨਾਲ ਆਪਾਂ ਕੀ ਹੈ ਛੋਟੀਆਂ ਚੀਜ਼ਾਂ ਨੂੰ ਵੱਡਾ ਕਰਕੇ ਦੇਖ ਸਕਦੇ ਹਾਂ। ਅਤੇ ਸਿੰਪਲ ਮਾਈਕਰੋਸਕੋਪ ਇਟ ਕੰਸਿਸਟ ਆਫ ਓਨਲੀ ਵਨ ਲੈਂਸ ਵਿਚ ਇਜ਼ ਏ ਕਨਵੈਕਸ ਲੈਂਸ ਆਫ ਸਮੋਲ ਫੋਕਲ ਲੈਂਥ। ਸਮੋਲ ਫੋਕਲ ਲੈਂਥ ਹੁੰਦੀ ਹੈ ਜਿਹਦੀ, ਆਪਾਂ ਉਹ ਵਾਲਾ ਕਨਵੈਕਸ ਲੈਂਸ ਆਪਾਂ ਨੇ ਇਹਦੇ ਵਿੱਚ ਲੈਣਾ ਹੈਗਾ ਆ। ਮੈਗਨੀਫਾਈਂਗ ਗਲਾਸ ਇਜ਼ ਐਨ ਐਗਜ਼ਾਮਪਲ ਆਫ ਦੀ ਸਿੰਪਲ ਮਾਈਕਰੋਸਕੋਪ। ਮੈਗਨੀਫਾਈਂਗ ਗਲਾਸ ਜਿਹੜਾ ਆ ਉਹ ਇਹਦੀ ਐਗਜ਼ਾਮਪਲ ਆ ਸਿੰਪਲ ਮਾਈਕਰੋਸਕੋਪ ਦੀ। ਦਿਸ ਇਜ਼ ਦੀ ਮੈਗਨੀਫਾਈਂਗ ਗਲਾਸ। ਮੈਗਨੀਫਾਈਂਗ ਗਲਾਸ ਦੇ ਨਾਲ ਜਵੈਲਰਸ ਜਵੈਲਰੀ ਨੂੰ ਦੇਖਦੇ ਆ, ਜਵੈਲਰੀ ਦੇ ਵਿੱਚ ਕੋਈ ਡੈਮੇਜ ਹੋ ਜਾਏ ਉਹਨੂੰ ਦੇਖਦੇ ਆ। ਅਤੇ ਵਾਚ ਰਿਪੇਅਰ ਵਾਲੇ ਜਿਹੜੇ ਆ ਵਾਚ ਰਿਪੇਅਰ ਕਰਦੇ ਆ ਵਿਦ ਮੈਗਨੀਫਾਈਂਗ ਗਲਾਸ। ਅਤੇ ਆਪਾਂ ਜਦੋਂ ਵਰਨੀਅਰ ਕੈਲੀਪਰ ਸਕਰਿਊ ਬਾਕਸ ਦੀ ਰੀਡਿੰਗ ਲੈਂਦੇ ਹਾਂ ਤਾਂ ਵੀ ਉੱਥੇ ਆਪਾਂ ਮੈਗਨੀਫਾਈਂਗ ਗਲਾਸ ਯੂਜ਼ ਕਰਦੇ ਹਾਂ। ਆਪਾਂ +1 ਦੇ ਵਿੱਚ ਵਰਨੀਅਰ ਕੈਲੀਪਰ ਦੇ ਸਕਰਿਊ ਬਾਕਸ ਦੇ ਪ੍ਰੈਕਟੀਕਲ ਕੀਤੇ ਹੋਏ ਆ। ਠੀਕ ਹੈ, ਨੈਕਸਟ ਆਪਾਂ ਕਰਾਂਗੇ ਪ੍ਰਿੰਸੀਪਲ ਆਫ ਦੀ ਸਿੰਪਲ ਮਾਈਕਰੋਸਕੋਪ। ਪ੍ਰਿੰਸੀਪਲ ਆਫ ਦੀ ਸਿੰਪਲ ਮਾਈਕਰੋਸਕੋਪ ਕੀ ਹੈ? In simple microscope, object is placed between the optical center and focus of the convex lens. Convex lens ਦੇ ਫੋਕਸ ਦੇ ਵਿੱਚ ਆਪਾਂ ਨੇ ਫੋਕਸ ਦੇ ਸੈਂਟਰ ਦੇ ਵਿੱਚ ਆਪਾਂ ਨੇ ਕੀ ਰੱਖ ਦਿੱਤਾ ਹੋਇਆ ਆ, ਇੱਕ ਆਬਜੈਕਟ ਰੱਖ ਦਿੱਤਾ ਹੋਇਆ ਆ ਜਿਹਨੂੰ ਆਪਾਂ ਉਹ ਵੀ ਕਹਿੰਦੇ ਆ ਆਬਜੈਕਟ। ਦਿਸ ਇਜ਼ ਦੀ ਆਬਜੈਕਟ। ਠੀਕ ਹੈ, ਆਬਜੈਕਟ ਨੂੰ ਆਪਾਂ ਵਿੱਚ ਫੋਕਸ 'ਤੇ ਰੱਖ ਦਿੱਤਾ ਹੋਇਆ, ਫੋਕਸ ਐਂਡ ਸੈਂਟਰ ਦੇ ਵਿੱਚ। ਅਤੇ ਜਿਹੜੀ ਰੇ ਆਫ ਲਾਈਟ ਆ ਇਸ ਆਬਜੈਕਟ ਤੋਂ ਆਉਂਦੀ ਹੈਗੀ ਹੈ, ਉਹ ਇੰਸੀਡੈਂਟ ਹੋਈ ਫਰੋਮ ਪੁਆਇੰਟ ਬੀ ਪੁਆਇੰਟ ਤੋਂ ਇੰਸੀਡੈਂਟ ਹੋ ਕੇ ਉਹਦੀ ਰਿਫਰੈਕਸ਼ਨ ਹੋਈ। ਸਾਨੂੰ ਪਤਾ ਹੈ ਰੇਅਰ ਟੂ ਡੈਂਸਰ ਮੀਡੀਆ ਦੇ ਵਿੱਚ ਲਾਈਟ ਜਾਵੇ ਤਾਂ ਰਿਫਰੈਕਸ਼ਨ ਆਫ ਲਾਈਟ ਹੁੰਦੀ ਹੈ, ਜਾਂ ਡੈਂਸਰ ਤੋਂ ਰੇਅਰ ਵੱਲ ਜਾਵੇ ਤਾਂ ਰਿਫਰੈਕਸ਼ਨ ਆਫ ਲਾਈਟ ਹੁੰਦੀ ਹੈ। ਅਤੇ ਉਹ ਬੈਕ ਜਾ ਕੇ ਮੀਟ ਕੀਤੀ ਹੈ ਐਟ ਪੁਆਇੰਟ M 'ਤੇ। ਇੱਦਾਂ ਹੀ ਇੱਕ ਰੇ ਆਫ ਲਾਈਟ ਜਿਹੜੀ ਸਾਡੀ ਹੈ ਸੈਂਟਰ ਵਿੱਚੋਂ ਕ੍ਰੋਸ ਕਰਕੇ, ਠੀਕ ਹੈ, ਉਹ ਸੈਂਟਰ ਵਿੱਚੋਂ ਕ੍ਰੋਸ ਕਰਨ ਤੋਂ ਬਾਅਦ ਕਿੱਥੇ ਮੀਟ ਕੀਤੀ ਜਾ ਕੇ ਦੁਬਾਰਾ ਐਟ ਪੁਆਇੰਟ M 'ਤੇ ਬਾਈ ਐਂਗਲ ਅਲਫਾ ਐਂਡ ਬੀਟਾ। ਅਲਫਾ ਬੀਟਾ ਐਂਗਲ ਹੈਗੇ ਆ ਐਂਗਲ ਆਫ ਦੀ ਇਮੇਜ ਐਂਡ ਐਂਗਲ ਆਫ ਦੀ ਆਬਜੈਕਟ। ਅਤੇ ਹੁਣ ਜੇਕਰ ਆਪਾਂ ਲੀਨੀਅਰ ਮੈਗਨੀਫਿਕੇਸ਼ਨ ਚਾਹੁੰਦੇ ਹਾਂ, ਲੀਨੀਅਰ ਮੈਗਨੀਫਿਕੇਸ਼ਨ ਵਾਸਤੇ ਆਪਾਂ ਲਾਈਟ ਨੂੰ ਬੈਕਵਰਡ ਮੀਟ ਕਰਾਇਆ ਹੈਗਾ ਐਟ ਪੁਆਇੰਟ B ਪ੍ਰਾਈਮ 'ਤੇ। IB ਪ੍ਰਾਈਮ ਡਿਸਟੈਂਸ ਇਜ਼ ਸੇਮ ਐਜ਼ BO ਪ੍ਰਾਈਮ। ਦੇਖ ਸਕਦੇ ਹੋ ਤੁਸੀਂ IB ਪ੍ਰਾਈਮ ਇਕੁਅਲ ਟੂ BO। ਠੀਕ ਹੈ, ਇਹ ਬਸ ਡਿਸਟੈਂਸ ਇਕੁਅਲ ਕਰਨ ਵਾਸਤੇ ਆਪਾਂ ਨੇ ਥੋੜ੍ਹਾ ਜਿਹਾ ਇਹਨੂੰ ਲੀਨੀਅਰ ਮੈਗਨੀਫਿਕੇਸ਼ਨ ਸਮੋਲ ਐਂਗਲ 'ਤੇ ਜਿਹੜੀ ਹੈ ਲਾਈਟ ਨੂੰ ਬੈਕ ਮੀਟ ਕਰਵਾਇਆ ਹੈਗਾ ਆ, ਤਾਂ ਕਿ ਆਪਾਂ ਮੈਥੇਮੈਟਿਕਲੀ ਇਹਨੂੰ ਸੋਲਵ ਕਰ ਸਕੀਏ ਆਪਣੀ ਕਨਵੀਨਸ ਵਾਸਤੇ। ਅਤੇ ਇਹਦੇ ਵਿੱਚ ਨੈਕਸਟ ਆਪਾਂ ਕਰਦੇ ਹਾਂ ਡੈਰੀਵੇਸ਼ਨ ਆਫ ਦੀ। ਪਹਿਲਾਂ ਤਾਂ ਮੈਗਨੀਫਾਈਂਗ ਪਾਵਰ ਕੀ ਹੁੰਦੀ ਹੈ, ਕਿਉਂਕਿ ਡੈਰੀਵੇਸ਼ਨ ਮੈਗਨੀਫਾਈਂਗ ਪਾਵਰ ਦੀ ਕਰਨੀ ਹੈ। ਮੈਗਨੀਫਾਈਂਗ ਪਾਵਰ ਕੀ ਹੁੰਦੀ ਹੈ? It is magnifying power of a microscope is defined as the ratio of the visual angle subtended by the image at the eye to the visual angle subtended by the object at the eye. Angle subtended by the image. Angle subtended by the image that is equal to beta. ਇਮੇਜ ਦੁਆਰਾ ਜਿਹੜਾ ਐਂਗਲ ਸਬਟੈਂਡ ਹੋਇਆ ਆ ਉਹ ਐਂਗਲ ਹੈਗਾ ਸਾਡਾ ਬੀਟਾ। ਠੀਕ ਹੈ, ਅਤੇ ਓਬਜੈਕਟ ਦੁਆਰਾ ਜਿਹੜਾ ਐਂਗਲ ਸਬਟੈਂਡ ਹੋਇਆ ਆ ਉਹ ਸਾਡਾ ਹੈਗਾ ਅਲਫਾ। ਠੀਕ ਹੈ, ਅਤੇ ਦੋਨਾਂ ਦਾ ਐਂਗਲ ਹੈਗਾ ਬੀਟਾ ਅਤੇ ਅਲਫਾ। ਦੋਨਾਂ ਦਾ ਰੇਸ਼ੋ ਜਿਹੜਾ ਸਾਨੂੰ ਕੀ ਦੇਗਾ? ਮੈਗਨੀਫਿਕੇਸ਼ਨ ਪਾਵਰ। ਮੈਗਨੀਫਿਕੇਸ਼ਨ ਪਾਵਰ M is equal to beta by alpha. This is the new definition of the magnification power. ਵੈਸੇ ਮੈਗਨੀਫਿਕੇਸ਼ਨ ਪਾਵਰ ਸਾਈਜ਼ ਆਫ ਦੀ ਇਮੇਜ ਇਕੁਅਲ ਟੂ ਸਾਈਜ਼ ਆਫ ਆਬਜੈਕਟ ਵੀ ਹੁੰਦਾ ਆ। ਠੀਕ ਹੈ, ਨੈਕਸਟ ਮੈਗਨੀਫਿਕੇਸ਼ਨ ਪਾਵਰ ਦੇ 2 ਪਾਰਟਸ ਆਪਾਂ ਸੋਲਵ ਕਰਨੇ ਆ ਜੇ ਡੈਰੀਵੇਸ਼ਨ ਉਹਨਾਂ ਦੀ ਕਰਨੀ ਆ। ਫਸਟ ਪਾਰਟ ਹੈਗਾ ਮੈਗਨੀਫਾਈਂਗ ਪਾਵਰ ਐਟ ਡਿਸਟਿੰਕਟ ਵਿਜ਼ਨ। ਡਿਸਟਿੰਕਟ ਵਿਜ਼ਨ ਦੇ ਵਿੱਚ ਸਾਡੀ ਮੈਗਨੀਫਾਈਂਗ ਪਾਵਰ ਆਪਾਂ ਫਾਈਂਡ ਕਰਨੀ, ਉਹਦੀ ਡੈਰੀਵੇਸ਼ਨ ਕਰਾਂਗੇ। ਡਿਸਟਿੰਕਟ ਵਿਜ਼ਨ ਦਾ ਮਤਲਬ ਹੈਗਾ ਜਦੋਂ ਆਪਾਂ ਆਬਜੈਕਟ ਨੂੰ ਜਦੋਂ ਛੋਟੀਆਂ ਕਲਾਸਿਸ ਵਿੱਚ ਵੀ ਪੜ੍ਹਦੇ ਸੀ, ਆਬਜੈਕਟ ਨੂੰ 25 ਸੈਂਟੀਮੀਟਰ 'ਤੇ ਹੀ ਰੱਖ ਕੇ ਆਪਾਂ ਕਲੀਅਰਲੀ ਦੇਖ ਸਕਦੇ ਹਾਂ ਸਾਡੀ ਆਈ। ਜਿੱਦਾਂ ਬੁੱਕ ਨੂੰ ਆਪਾਂ ਜ਼ਿਆਦਾ ਨੇੜੇ ਕਰੀਏ ਤਾਂ ਵੀ ਨਹੀਂ ਦੇਖ ਸਕਦੇ, ਅਤੇ ਜ਼ਿਆਦਾ ਦੂਰ ਕਰੀਏ ਤਾਂ ਵੀ ਨਹੀਂ ਦੇਖ ਸਕਦੇ। ਮਤਲਬ ਉਹ ਡਿਸਟੈਂਸ ਕਿੰਨਾ ਹੋਣਾ ਚਾਹੀਦਾ ਬੁੱਕ ਦਾ? 25 ਸੈਂਟੀਮੀਟਰ, ਜਿਹਨੂੰ ਆਪਾਂ ਡਿਸਟਿੰਕਟ ਵਿਜ਼ਨ ਕਹਿੰਦੇ, ਤਾਂ ਹੀ ਆਪਾਂ ਈਜ਼ੀਲੀ ਪੜ੍ਹ ਸਕਦੇ ਹਾਂ। ਨਾ
ਮੈਗਨੀਫਿਕੇਸ਼ਨ ਪਾਵਰ ਐਟ ਡਿਸਟਿੰਕਟ ਵਿਜ਼ਨ ਦੇਖ ਲੈਂਦੇ ਹਾਂ। ਪਹਿਲਾਂ ਤਾਂ ਐਮ ਇਹ ਲਿਖਿਆ ਹੋਇਆ ਰੇਸ਼ੋ ਆਫ ਦੀ ਐਂਗਲ ਸਬਟੈਂਡਡ ਬਾਈ ਦੀ ਇਮੇਜ ਔਨ ਦਾ ਆਈ ਡਿਵਾਈਡਡ ਬਾਈ ਐਂਗਲ ਸਬਟੈਂਡਡ ਬਾਈ ਦੀ ਓਬਜੈਕਟ ਔਨ ਦਾ ਆਈ ਦੈਟ ਇਜ਼ ਇਕੁਅਲ ਟੂ ਬੀਟਾ ਬਾਈ ਅਲਫਾ। ਪਹਿਲਾਂ ਵੀ ਆਪਾਂ ਡੈਫੀਨੇਸ਼ਨ ਕਰ ਚੁੱਕੇ ਹਾਂ ਨਾ। ਹੁਣ ਇਹ ਡੈਫੀਨੇਸ਼ਨ ਤੋਂ ਬਾਅਦ ਹੁਣ ਆਪਾਂ ਇਹਨੂੰ ਸੋਲਵ ਕਰਨਾ ਹੈ ਫਰੋਮ ਡਾਇਗਰਾਮ ਫਰੋਮ ਟਰਾਇੰਗਲ ਆਈ ਐਮ ਸੀ। ਤੁਸੀਂ ਡਾਇਗਰਾਮ ਦੇਖ ਰਹੇ ਹੋ। ਡਾਇਗਰਾਮ ਦੇ ਵਿੱਚ ਕੀ ਹੈ, ਇੱਕ ਟਰਾਇੰਗਲ ਦਿੱਤੀ ਹੋਈ ਆ ਆਈ ਐਮ ਸੀ। ਦਿਸ ਇਜ਼ ਦ ਡਾਇਗਰਾਮ ਆਈ ਐਮ ਸੀ। ਇਸ ਡਾਇਗਰਾਮ ਦੇ ਵਿੱਚ ਆਪਾਂ ਨੇ ਕੀ ਫਾਈਂਡ ਕਰਨਾ, ਟੈਨ ਬੀਟਾ। ਟੈਨ ਬੀਟਾ ਕਿਹਦੇ ਇਕੁਅਲ ਆ ਗਿਆ ਸਾਡਾ, ਆਈ ਐਮ ਬਾਏ ਆਈ ਸੀ। ਠੀਕ ਹੈ, ਟੈਨ ਬੀਟਾ ਸਾਡਾ ਆਈ ਐਮ ਬਾਏ ਆਈ ਸੀ ਆ ਗਿਆ ਪਰਪੈਂਡੀਕੂਲਰ ਓਵਰ ਬੇਸ। ਅਗਰ ਬੀਟਾ ਇਜ਼ ਵੈਰੀ ਸਮੋਲ ਆ ਤਾਂ ਟੈਨ ਬੀਟਾ ਨੂੰ ਆਪਾਂ ਕੀ ਦੇ ਦਿੰਦੇ ਹੁੰਦੇ ਆ, ਬੀਟਾ। ਜਿੱਦਾਂ ਆਪਾਂ ਸਾਈਨ ਥੀਟਾ ਨੂੰ ਕੀ ਦੇ ਦਿੰਦੇ ਹੁੰਦੇ ਆ, ਥੀਟਾ। ਠੀਕ ਹੈ, ਕਿਉਂਕਿ ਸਾਈਨ ਦੀ ਮਿਨੀਮਮ ਵੈਲਿਊ 0 ਹੁੰਦੀ ਹੈ। ਇੱਦਾਂ ਟੈਨ ਦੀ ਮਿਨੀਮਮ ਵੈਲਿਊ ਵੀ ਕੀ ਹੁੰਦੀ ਹੈ, 0। ਪਰ ਆਪਾਂ 0 ਨਹੀਂ ਲਿਖ ਸਕਦੇ ਇੱਥੇ, ਅਤੇ ਇੱਥੇ ਕੀ ਲਿਖਾਂਗੇ, ਥੀਟਾ ਔਰ ਬੀਟਾ। ਠੀਕ ਹੈ, ਅਤੇ ਬੀਟਾ ਕਿਹਦੇ ਕੋਲ ਆ ਗਿਆ ਸਾਡਾ, ਆਈ ਐਮ ਬਾਏ ਆਈ ਸੀ। ਨੈਕਸਟ ਫਰੋਮ ਦਾ ਟਰਾਇੰਗਲ ਆਈ ਬੀ ਪ੍ਰਾਈਮ ਸੀ। ਅਗਲੀ ਫਿਗਰ ਦੇ ਵਿੱਚ ਸੇਮ ਫਿਗਰ ਹੈ। ਫਰੋਮ ਟਰਾਇੰਗਲ ਆਈ ਬੀ ਪ੍ਰਾਈਮ ਸੀ। ਆਈ ਬੀ ਪ੍ਰਾਈਮ ਸੀ ਕਿਹੜੀ ਹੈ, ਇਹ ਵਾਲੀ। ਠੀਕ ਹੈ, ਅਤੇ ਇਹਦੇ ਵਿੱਚ ਐਂਗਲ ਕੀ ਬਣਦਾ ਪਿਆ ਆ, ਅਲਫਾ। ਦੈਟ ਇਜ਼ ਦੀ ਐਂਗਲ ਆਫ ਦੀ ਆਬਜੈਕਟ। ਠੀਕ ਹੈ, ਟੈਨ ਅਲਫਾ ਕਿਹਦੇ ਇਕੁਅਲ ਹੋ ਗਿਆ ਇੱਥੋਂ, ਆਈ ਬੀ ਪ੍ਰਾਈਮ ਬਾਏ ਆਈ ਸੀ। ਟੈਨ ਅਲਫਾ ਸਾਡਾ ਆਈ ਬੀ ਪ੍ਰਾਈਮ ਬਾਏ ਆਈ ਸੀ ਹੋ ਗਿਆ। ਠੀਕ ਹੈ, ਅਗਰ ਫਿਰ ਦੁਬਾਰਾ ਉਹੀ ਬੀਟਾ, ਅਗਰ ਅਲਫਾ ਸਾਡਾ ਕੀ ਹੈ, ਵੈਰੀ ਸਮੋਲ ਆ, ਦੈਨ ਅਲਫਾ ਕਿਹਦੇ ਇਕੁਅਲ ਹੋ ਗਿਆ, ਆਈ ਬੀ ਪ੍ਰਾਈਮ ਬਾਏ ਆਈ ਸੀ। ਅਤੇ ਆਪਾਂ ਮੈਗਨੀਫਿਕੇਸ਼ਨ ਪਾਵਰ ਦੇ ਵਿੱਚ ਵੈਲਿਊ ਪੁੱਟ ਕਰਾਂਗੇ, ਆਈ ਸੀ ਸਾਡਾ ਕੈਂਸਲ ਹੋ ਜਾਏਗਾ। ਐਮ ਕਿਹਦੇ ਇਕੁਅਲ ਆ ਗਿਆ ਸਾਡਾ, ਆਈ ਐਮ ਬਾਏ ਆਈ ਬੀ ਪ੍ਰਾਈਮ। ਬਟ ਆਈ ਬੀ ਪ੍ਰਾਈਮ ਇੱਥੇ ਕਿਹਦੇ ਇਕੁਅਲ ਆ, ਓ ਬੀ ਦੇ। ਠੀਕ ਹੈ, ਆਈ ਬੀ ਪ੍ਰਾਈਮ ਸਾਡਾ ਕਿਹਦੇ ਇਕੁਅਲ ਆ, ਓ ਬੀ ਦੇ। ਅਤੇ ਇਹਨੂੰ ਆਪਾਂ ਕੀ ਲੈ ਲੈਣਾ, ਆਈ ਬੀ ਪ੍ਰਾਈਮ ਇਕੁਅਲ ਟੂ ਓ ਬੀ। ਮੈਗਨੀਫਿਕੇਸ਼ਨ ਪਾਵਰ ਕੀ ਹੋ ਗਈ, ਆਈ ਐਮ ਬਾਏ ਓ ਬੀ। ਐਮ ਕਿਹਦੇ ਇਕੁਅਲ ਹੁੰਦਾ ਆ, ਮੈਗਨੀਫਿਕੇਸ਼ਨ ਕਿਹਦੇ ਇਕੁਅਲ ਹੁੰਦੀ ਆ, ਸਾਈਜ਼ ਆਫ ਇਮੇਜ ਡਿਵਾਈਡਡ ਬਾਏ ਸਾਈਜ਼ ਆਫ ਆਬਜੈਕਟ ਦੈਟ ਇਜ਼ ਇਕੁਅਲ ਟੂ ਬੀ ਬਾਈ ਯੂ। ਠੀਕ ਹੈ, ਬੀ ਬਾਈ ਯੂ ਹੋ ਗਿਆ ਸਾਡਾ। ਬੀ ਕੀ ਆ, ਡਿਸਟੈਂਸ ਫਰੋਮ ਦੀ ਸੈਂਟਰ ਤੋਂ ਲੈ ਕੇ ਇਮੇਜ ਤੱਕ ਦਾ ਡਿਸਟੈਂਸ ਦੈਟ ਇਜ਼ ਵੀ, ਜਿਹੜਾ ਇੱਥੇ ਆਪਾਂ ਡੀ ਦੇ ਇਕੁਅਲ ਲਿਆ ਆ ਕਿਉਂਕਿ ਡਿਸਟਿੰਕਟ ਵਿਜ਼ਨ ਆ। ਅਤੇ ਬੀ ਯੂ ਕੀ ਹੈ, ਡਿਸਟੈਂਸ ਆਫ ਦੀ ਆਬਜੈਕਟ ਫਰੋਮ ਦੀ ਸੈਂਟਰ। ਇਹ ਦੇਖ ਸਕਦੇ ਹੋ ਤੁਸੀਂ ਡਾਇਗਰਾਮ ਦੇ ਵਿੱਚ ਬਣੇ ਹੋਏ ਆ। ਅਤੇ ਐਮ ਕਿਹਦੇ ਇਕੁਅਲ ਆ ਗਿਆ ਸਾਡਾ, ਬੀ ਬਾਈ ਯੂ ਐਜ਼ ਬੀ ਇਕੁਅਲ ਟੂ ਡੀ। ਅਤੇ ਯੂ ਦੀ ਜਗ੍ਹਾ ਕੀ ਆ ਜਾਏਗਾ ਸਾਡਾ, ਸੌਰੀ ਬੀ ਦੀ ਜਗ੍ਹਾ ਕੀ ਆ ਜਾਏਗਾ ਸਾਡਾ, ਡੀ। ਐਮ ਕਿਹਦੇ ਇਕੁਅਲ ਆ ਗਿਆ, ਡੀ ਬਾਈ ਯੂ। ਇਹ ਦੇ ਦਿਓ ਕੁਐਸਚਨ ਨੰਬਰ 1। ਨੈਕਸਟ, hence when simple microscope is just such that image is formed at linear point। ਜਿਹੜੀ ਇਮੇਜ ਸਾਡੀ ਲੀਨੀਅਰ ਪੁਆਇੰਟ 'ਤੇ ਕੀ ਹੈ, ਮਤਲਬ ਕਿ ਪੈਰਲਰ ਟੂ ਦੀ, ਲੀਨੀਅਰ ਪੁਆਇੰਟ ਦਾ ਮਤਲਬ ਕੀ ਆ, ਪੈਰਲਰ ਕਿੱਥੇ ਫੋਰਮ ਹੋਵੇ, ਪੈਰਲਰ ਟੂ ਦੀ ਆਬਜੈਕਟ। ਠੀਕ ਹੈ, ਤਾਂ ਹੀ ਆਪਾਂ ਨੇ ਇਹਦੇ ਵਿੱਚ ਐਂਗੂਲਰ ਮੈਗਨੀਫਿਕੇਸ਼ਨ ਇਕੁਅਲ ਟੂ ਦੀ ਲੀਨੀਅਰ ਮੈਗਨੀਫਿਕੇਸ਼ਨ ਕਿਹਾ ਹੋਇਆ ਹੈ ਦਿਸ ਵਰਡ। ਠੀਕ ਹੈ, ਤਾਂ ਕਰਕੇ ਆਪਾਂ ਨੇ ਇੱਥੇ ਕੀ ਹੈ, ਇੱਕ ਆਪਾਂ ਲਾਈਨ ਬੈਕ ਮੀਟ ਕਰਵਾਈ ਸੀ ਐਟ ਪੁਆਇੰਟ ਬੀ ਪ੍ਰਾਈਮ 'ਤੇ। ਅਤੇ ਆਈ ਬੀ ਪ੍ਰਾਈਮ ਇਹਦੇ ਵਿੱਚ ਕੀ ਹੈ ਸਾਡਾ, ਲੀਨੀਅਰ ਮੈਗਨੀਫਿਕੇਸ਼ਨ ਵਾਸਤੇ। ਨਾਓ ਅਪਲਾਈਂਗ ਦੀ ਨਿਊ ਕਾਰਟੀਜ਼ੀਅਨ ਸਾਈਨ। ਕਾਰਟੀਜ਼ੀਅਨ ਸਾਈਨ ਕੀ ਹੁੰਦਾ ਹੈ ਸਾਡਾ, ਕਾਰਟੀਜ਼ੀਅਨ ਸਾਈਨ ਮਤਲਬ ਕੀ ਆ, ਜਿੰਨੇ ਵੀ ਆਪਾਂ ਡਿਸਟੈਂਸ ਲੈਣੇ ਆ, ਡਿਸਟੈਂਸ ਮੇਜ਼ਰ ਕਰਨੇ ਆ, ਸਾਰੇ ਕਿੱਥੋਂ ਕਰਨੇ ਆ, ਆਪਟੀਕਲ ਸੈਂਟਰ ਤੋਂ, ਸੀ ਤੋਂ। ਸੀ ਤੋਂ ਅਗਰ ਡਾਇਰੈਕਸ਼ਨ ਆਫ ਇੰਸੀਡੈਂਟ ਵਾਲੀ ਲਾਈਟ ਵਾਲੀ ਸਾਈਡ ਹੋਏਗਾ, ਠੀਕ ਹੈ, ਜਿੱਦਾਂ ਸੀ ਐਫ ਹੋ ਗਿਆ ਇੱਧਰ ਨੂੰ, ਕਿਉਂਕਿ ਇਹ ਇੰਸੀਡੈਂਟ ਲਾਈਟ ਵੀ ਸਾਡੀ ਇੱਧਰ ਨੂੰ ਹੀ ਹੋ ਰਹੀ ਹੈ। ਠੀਕ ਹੈ, ਅਤੇ ਸੀ ਐਫ ਕਿਹਦੇ ਇਕੁਅਲ ਹੋ ਜਾਏਗਾ, ਪੋਜ਼ੀਟਿਵ ਪਲੱਸ ਐਫ। ਅਗਰ ਇੰਸੀਡੈਂਟ ਲਾਈਟ ਦੇ ਆਪੋਜ਼ਿਟ ਸਾਡੀ ਡਿਸਟੈਂਸ ਆਪਾਂ ਮੇਜ਼ਰ ਕਰਨਾ ਆ, ਠੀਕ ਹੈ, ਜਿੱਦਾਂ ਇਸ ਸਾਈਡ ਵਾਲਾ ਜੇਕਰ ਸੀ ਐਫ ਲੈਣਾ ਹੋਵੇ ਤਾਂ ਉਹ ਮਾਈਨਸ ਐਫ ਆਏਗਾ। ਇੱਥੇ ਸੀ ਓ ਲੈਣਾ ਹੋਵੇ ਮਾਈਨਸ ਯੂ ਆਏਗਾ, ਡੀ ਲੈਣਾ ਹੋਵੇ ਮਾਈਨਸ ਡੀ ਆਏਗਾ। ਠੀਕ ਹੈ, ਮਤਲਬ ਇਨ ਦੀ ਡਾਇਰੈਕਸ਼ਨ ਆਫ ਦੀ ਇੰਸੀਡੈਂਟ ਬੀਮ, ਇੰਸੀਡੈਂਟ ਬੀਮ ਵਾਲੀ ਡਾਇਰੈਕਸ਼ਨ ਦੇ ਵਿੱਚ ਸਾਰੇ ਡਿਸਟੈਂਸ ਪੋਜ਼ੀਟਿਵ ਮੇਜ਼ਰ ਕਰਨੇ ਆਪਾਂ ਨੇ, ਅਤੇ ਆਪੋਜ਼ਿਟ ਟੂ ਦੀ ਡਿਸਟੈਂਸ, ਆਪੋਜ਼ਿਟ ਟੂ ਦੀ ਇੰਸੀਡੈਂਟ ਲਾਈਟ ਵੀ ਵਿਲ ਮੇਜ਼ਰ ਇਟ ਐਜ਼ ਪੋਜ਼ਿਟਿਵ। ਠੀਕ ਹੈ, ਨਾਓ ਬਾਈ ਯੂਜ਼ਿੰਗ ਦਾ ਲੈਂਸ ਇਕੁਏਸ਼ਨ, ਆਪਾਂ ਇੱਥੇ ਹੁਣ ਲੈਂਸ ਇਕੁਏਸ਼ਨ ਕਰਦੇ ਹਾਂ। ਅਤੇ ਕਾਰਟੀਜ਼ਨ ਆਪਾਂ ਸਾਈਨ ਨਿਊ ਕਨਵੈਨਸ਼ਨ ਅਪਲਾਈ ਕੀਤੇ ਆ, ਅਤੇ ਉਹਦੇ ਨਾਲ ਕੀ ਹੋ ਗਿਆ, ਯੂ ਨੈਗੇਟਿਵ ਹੈ, ਵੀ ਨੈਗੇਟਿਵ ਆ। ਠੀਕ ਹੈ, ਐਫ ਪੋਜ਼ੀਟਿਵ ਆ। ਐਫ ਕਿਉਂ ਪੋਜ਼ੀਟਿਵ ਆ, ਕਿਉਂਕਿ ਐਫ ਆਪਾਂ ਉਹ ਲੈਣਾ ਆ ਜਿਹੜਾ ਕੀ ਹੈ,
ਜਿੱਥੋਂ ਇੰਸੀਡੈਂਟ ਲਾਈਟ ਕ੍ਰੋਸ ਕਰਦੀ ਪਈ ਹੈ ਤੇ ਇੱਥੋਂ ਕ੍ਰੋਸ ਕਰਦੀ ਪਈ ਹੈ, ਜਿੱਦਾਂ ਇਹ ਜਿਹੜੀ ਆਪਟੀਕਲ ਲਾਈਨ ਸਾਡੀ ਲਾਈਨ ਨੂੰ ਕ੍ਰੋਸ ਕਰ ਰਹੀ ਹੈ। ਠੀਕ ਹੈ, ਜੇਕਰ ਇਹਨੂੰ ਕ੍ਰੋਸ ਕਰਦੀ ਪਈ ਹੈ ਤੇ ਫਿਰ CF ਕਿਹੜਾ ਲੈਣਾ ਆਪਾਂ ਨੇ, ਇਹ ਵਾਲਾ, ਇਹਦੀ ਡਾਇਰੈਕਸ਼ਨ ਹੋ ਗਿਆ ਤੇ ਇਹ ਕੀ ਰਹੇਗਾ, ਪੋਜ਼ਿਟਿਵ, ਤੇ F ਕੀ ਸਾਡਾ ਹੋ ਗਿਆ ਇੱਥੇ ਪੋਜ਼ਿਟਿਵ। ਤੇ ਹੁਣ ਆਪਾਂ ਲੈਂਸ ਇਕੁਏਸ਼ਨ ਲੈ ਲੈਂਦੇ ਹਾਂ 1/v - 1/u = 1/f। ਛੋਟੀ ਕਲਾਸਿਸ ਵਿੱਚ ਵੀ ਪੜ੍ਹਿਆ ਹੋਇਆ ਹੈ ਆਪਾਂ। ਠੀਕ ਹੈ, ਇਹਨੂੰ ਆਪਾਂ v ਦੇ ਨਾਲ ਮਲਟੀਪਲਾਈ ਕਰ ਦਿੱਤਾ, ਸਾਰੀ ਇਕੁਏਸ਼ਨ ਨੂੰ ਸਮਾਲ v ਦੇ ਨਾਲ ਮਲਟੀਪਲਾਈ ਕਰ ਦਿੱਤਾ, ਤੇ v/u ਆਪਾਂ ਪਿੱਛੇ ਹੁਣੇ ਦੇਖਿਆ ਸੀ ਇਕੁਏਸ਼ਨ ਨੰਬਰ 1 ਦੇ ਵਿੱਚ v/u ਕਿਹਦੇ ਇਕੁਅਲ ਸੀਗਾ, m ਦੇ। ਠੀਕ ਹੈ, ਤੇ 1 - m ਕਿਹਦੇ ਇਕੁਅਲ ਹੋ ਗਿਆ, ਤੇ v ਕਿਹਦੇ ਇਕੁਅਲ ਆ, -d ਦੇ, ਡਿਸਟਿੰਕਟ ਵਿਜ਼ਨ। ਤੇ ਇੱਥੋਂ m ਆਪਾਂ ਸੋਲਵ ਕਰਕੇ ਕੱਢਿਆ ਹੈਗਾ ਮੈਗਨੀਫਿਕੇਸ਼ਨ 1 + dy/f। ਅਗਰ ਸਾਨੂੰ d ਦੀ ਵੈਲਿਊ ਪਤਾ ਆ, ਸਮਾਲ f ਦੀ ਵੈਲਿਊ ਪਤਾ ਆ, d ਦੀ ਸਾਨੂੰ ਪਤਾ ਹੈ ਫਿਕਸ ਵੈਲਿਊ ਹੁੰਦੀ ਹੈ 25 ਸੈਂਟੀਮੀਟਰ। ਠੀਕ ਹੈ, ਅਗਰ ਸਾਨੂੰ f ਦੀ ਵੈਲਿਊ ਪਤਾ ਹੈ ਤਾਂ ਦੈਨ ਵੀ ਕੈਨ ਈਜ਼ਲੀ ਫਾਈਂਡ ਦੀ ਮੈਗਨੀਫਿਕੇਸ਼ਨ ਪਾਵਰ ਆਫ ਦੀ ਸਿੰਪਲ ਮਾਈਕਰੋਸਕੋਪ। ਠੀਕ ਹੈ, ਨਾਓ ਨੈਕਸਟ ਬੀ ਪਾਰਟ, ਮੈਗਨੀਫਾਈਂਗ ਪਾਵਰ ਫॉर ਨਾਰਮਲ ਵਿਜ਼ਨ ਐਟ ਇਨਫਿਨਿਟੀ। ਇਹਦੇ ਵਿੱਚ ਆਪਾਂ ਕਰਾਂਗੇ ਮੈਗਨੀਫਾਈਂਗ ਪਾਵਰ ਦੇਖਾਂਗੇ ਐਟ ਨਾਰਮਲ ਵਿਜ਼ਨ ਜਾਂ ਐਟ ਇਨਫਿਨਿਟੀ 'ਤੇ। ਠੀਕ ਹੈ, ਮੈਗਨੀਫਾਈਂਗ ਪਾਵਰ ਫॉर ਇਨਫਿਨਿਟੀ 'ਤੇ ਇਹਦੇ ਵਿੱਚ ਕੀ ਆ, ਆਪਾਂ ਨੇ ਦੁਬਾਰਾ ਉਹੀ ਡਾਇਗਰਾਮ ਲਈ ਹੈ, ਕਨਵੈਕਸ ਲੈਂਸ ਲੈ ਲਿਆ ਹੋਇਆ ਆ। ਕਨਵੈਕਸ ਲੈਂਸ ਲਿਆ ਆ ਆਪਾਂ, ਤੇ ਬਸ ਇੱਥੇ ਜਿਹੜਾ ਆਬਜੈਕਟ ਲਿਆ ਹੈਗਾ ਆ ਉਹ ਆਪਾਂ ਕਿੱਥੇ ਰੱਖ ਦਿੱਤਾ ਹੈ, ਫੋਕਸ 'ਤੇ। ਠੀਕ ਹੈ, ਆਬਜੈਕਟ ਜਿਹੜਾ ਉਹ ਵੀ ਹੈ ਉਹਨੂੰ ਆਪਾਂ ਕਿੱਥੇ ਰੱਖ ਦਿੱਤਾ, ਇੱਥੇ ਫੋਕਸ ਦੇ ਉੱਪਰ ਰੱਖ ਦਿੱਤਾ ਹੋਇਆ ਆ, F 'ਤੇ। ਠੀਕ ਹੈ, ਆਬਜੈਕਟ ਨੂੰ ਫੋਕਸ 'ਤੇ ਰੱਖਿਆ, ਤੇ ਸੈਂਟਰ ਤੋਂ ਲੈ ਕੇ ਫੋਕਸ ਤੱਕ ਦਾ ਡਿਸਟੈਂਸ ਜਿਹੜਾ CF ਹੁੰਦਾ ਸੀਗਾ, ਉੱਥੇ ਪਹਿਲਾਂ U ਆਉਂਦਾ ਸੀ, ਹੁਣ ਕੀ ਆ ਜਾਏਗਾ, = F ਆ ਜਾਏਗਾ। ਠੀਕ ਹੈ, CF ਕਿਹਦੇ ਕੋਲ ਆ ਗਿਆ, F। ਤੇ ਜਦੋਂ ਵੀ ਆਪਾਂ ਆਬਜੈਕਟ ਨੂੰ ਫੋਕਸ ਦੇ ਉੱਪਰ ਰੱਖਦੇ ਹਾਂ ਤੇ ਉੱਥੇ ਇਹਦੀ ਜਿਹੜੀ ਇਮੇਜ ਬਣਦੀ ਆ, ਇਮੇਜ ਜਿਹੜੀ ਕੀ ਬਣਦੀ ਹੈ, ਐਟ ਇਨਫਿਨਿਟੀ 'ਤੇ। ਠੀਕ ਹੈ, ਇਮੇਜ ਜਿਹੜੀ ਸਾਡੀ ਆ ਉਹ ਐਕਚੁਅਲੀ ਮੀਟ ਨਹੀਂ ਕਰੇਗੀ ਕਿਸੇ ਪੁਆਇੰਟ 'ਤੇ, ਤੇ ਉਹ ਕਿੱਥੇ ਬਣੇਗੀ, ਐਟ ਇਨਫਿਨਿਟੀ 'ਤੇ। ਮਤਲਬ C ਤੋਂ ਲੈ ਕੇ ਇਮੇਜ ਤੱਕ ਦਾ ਡਿਸਟੈਂਸ ਜਾ ਕੇ ਤਾਂ v ਕਿਹਦੇ ਇਕੁਅਲ ਹੋ ਗਿਆ, ਇਨਫਿਨਿਟੀ ਦੇ। ਠੀਕ ਹੈ, ਤੇ ਫਰੋਮ ਲੈਂਸ ਇਕੁਏਸ਼ਨ ਅਗੇਨ -1/u + 1/v = 1/f। ਦੈਨ v ਹੁਣ ਇਨਫਿਨਿਟੀ ਆ ਗਿਆ, ਦੇਅਰਫੋਰ 1/u ਕਿਹਦੇ ਇਕੁਅਲ ਹੋ ਜਾਏਗਾ, 1/f ਦੇ, ਕਿਉਂਕਿ v 1/∞ ਕੀ ਹੁੰਦਾ ਹੈ ਸਾਡਾ, 0। ਇਕੁਏਸ਼ਨ ਨੰਬਰ 2 ਨੂੰ ਆਪਾਂ ਇਕੁਏਸ਼ਨ ਨੰਬਰ 1 ਵਿੱਚ ਪੁੱਟ ਕਰ ਦੇਣਾ। ਇਕੁਏਸ਼ਨ ਨੰਬਰ 1 ਕਿੰਨੀ ਸੀ, m = dy/u। ਆਪਾਂ ਪਿੱਛੇ ਕਰਕੇ ਆਏ ਹਾਂ, m = dy/u, ਤੇ ਇੱਥੇ m = 1/u ਦੀ ਜਗ੍ਹਾ ਕੀ ਪੁੱਟ ਕਰ ਦਿੱਤਾ ਆਪਾਂ ਨੇ, m = d/f। ਠੀਕ ਹੈ, ਇਹ ਸੀਗਾ ਸਾਡਾ ਮੈਗਨੀਫਿਕੇਸ਼ਨ ਪਾਵਰ। ਇਹਦੇ ਵਿੱਚ ਵੀ ਆਪਾਂ ਜੇਕਰ ਫੋਕਲ ਲੈਂਥ ਸਾਨੂੰ ਪਤਾ ਆ ਤਾਂ ਆਪਾਂ ਮੈਗਨੀਫਿਕੇਸ਼ਨ ਪਾਵਰ ਫॉर ਨਾਰਮਲ ਵਿਜ਼ਨ ਵਾਸਤੇ ਜਾਂ ਰਿਲੈਕਸਡ ਆਈ ਵੀ ਕਹਿ ਦਿੰਦੇ ਆ, ਰਿਲੈਕਸਡ ਆਈ ਵਾਸਤੇ ਆਪਾਂ ਈਜ਼ੀਲੀ ਦੇਖ ਸਕਦੇ ਹਾਂ। ਠੀਕ ਹੈ, ਈਜ਼ੀਲੀ ਆਪਾਂ ਸੋਲਵ ਕਰ ਸਕਦੇ ਹਾਂ ਨੂਮੈਰੀਕਲ। ਨੈਕਸਟ ਨੂਮੈਰੀਕਲ ਪ੍ਰੋਬਲਮ ਦੇਖ ਲੈਂਦੇ ਹਾਂ ਔਨ ਦੀ ਬੇਸਿਸ ਆਫ ਦੀ ਸਿੰਪਲ ਮਾਈਕਰੋਸਕੋਪ ਡੈਰੀਵੇਸ਼ਨ। First numerical, a magnifying glass has a focal length 5 cm. Calculate its magnifying power for slightly stained eye. Stained eye means ਆਪਾਂ ਜੇਕਰ ਆਈ ਨੂੰ ਜ਼ਿਆਦਾ ਖੋਲ੍ਹ ਕੇ ਜਾਂ ਮਤਲਬ ਰਿਲੈਕਸਡ ਆਈ ਨਹੀਂ ਹੋਣੀ ਸਾਡੀ। ਠੀਕ ਹੈ, ਅਤੇ ਸਲਿਊਸ਼ਨ ਇਹਦਾ ਹੈਗਾ ਆ, ਸਟੇਨਡ ਆਈ ਸਾਡਾ ਕਿਹੜਾ ਕੇਸ ਹੋ ਗਿਆ, ਫਸਟ ਕੇਸ। ਮੈਗਨੀਫਿਕੇਸ਼ਨ ਪਾਵਰ ਕਿਹਦੇ ਇਕੁਅਲ ਹੋ ਜਾਣੀ ਆ, 1 + d/f ਐਟ ਅ ਡਿਸਟਿੰਕਟ ਵਿਜ਼ਨ ਵਾਲਾ। ਅਗਰ d ਦੀ ਵੈਲਿਊ 25 ਆ, f ਦੀ ਵੈਲਿਊ 5 ਆ, ਦੈਨ ਈਜ਼ਲੀ ਵੀ ਕੈਨ ਫਾਈਂਡ 6। ਮੈਗਨੀਫਿਕੇਸ਼ਨ ਪਾਵਰ ਕਿੰਨੀ ਆ ਗਈ, 6। Then find the magnifying power for the relaxed eye when a magnifying glass of the focal length is 5 cm. 5 cm है, then relaxed eye की गल करते हैं तो लास्ट वाला केस आएगा, मैगनीफिकेशन पावर कितनी आ गई, d/f मीनस 25/f के इक्वल आ जाएगा ये 5 दे। ठीक है, ओके, थैंक यू।